ਐਡਵੋਕੇਟ ਜਗਮੋਹਨ ਸਿੰਘ ਭੱਟੀ YouTube ਚੈਨਲ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਗੱਲ ਲੀਗਲ ਸਿਸਟਮ ਦੀ ਲੈ ਕੇ ਹਾਜ਼ਰ ਹੈ ਕਿ ਕੰਪਲੀਟ ਜਸਟਿਸ ਕੀ ਹੁੰਦਾ ਹੈ ਤੇ ਇਨਕੰਪਲੀਟ ਜਸਟਿਸ ਕੀ ਹੁੰਦਾ ਹੈ। ਇਹ ਅੱਜ ਤੱਕ ਜਿੰਨੇ ਸਾਡੇ ਮਾਨਯੋਗ ਜੱਜ ਨੇ ਉਹਨਾਂ ਵਿੱਚੋਂ ਬੜੇ ਘੱਟ ਲੋਕਾਂ ਨੇ ਆਪਣੀ ਮੱਥਾਪੱਚੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਸ਼ਮਕਸ਼ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਵੀ ਸੋਚਿਆ ਵੀ ਕੰਪਲੀਟ ਜਸਟਿਸ ਬਾਰੇ ਗੱਲ ਕਿਵੇਂ ਕੀਤੀ ਜਾਏ। ਡਾਕਟਰ R.D. ਆਨੰਦ ਸਾਹਿਬ ਜਿਨ੍ਹਾਂ ਦਾ ਪਹਿਲੇ ਐਜ਼ ਏ ਟੀਚਰ ਔਰ ਕਈ ਰੁਤਬਿਆਂ 'ਤੇ ਉਹਨਾਂ ਨੇ ਆਪਣਾ ਕੰਮ ਕੀਤਾ, ਲੇਕਿਨ ਉਹਨਾਂ ਦੀ ਜਿਹੜੀ ਲਗਨ ਹੈ, ਜੇ ਇਹ ਕਿਹਾ ਜਾਏ ਵੀ ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਦੀ ਲਗਨ ਜਿਹੜੀ ਸੀ ਪ੍ਰੋਫੈਸ਼ਨ ਦੇ ਵਿੱਚ ਸੀ, ਕਿਤਾਬਾਂ ਨਾਲ ਜੁੜੀ ਹੋਈ ਸੀ ਔਰ ਉਹਨਾਂ ਕਿਤਾਬਾਂ ਦੇ ਵਿੱਚੋਂ ਉਹਨਾਂ ਨੇ ਕੀ ਕੁਝ ਕੱਢਿਆ, ਇਹ ਇੱਕ ਦੇਖਣ ਵਾਲੀ ਗੱਲ ਸਾਹਮਣੇ ਆਏਗੀ ਔਰ ਉਹਨਾਂ ਨਾਲ ਗੱਲ ਕਰਦੇ ਹਾਂ। ਗੱਲਬਾਤ ਲਈ ਹਾਜ਼ਰ ਨੇ ਡਾਕਟਰ R.D. ਆਨੰਦ ਸਾਹਿਬ, ਵੈਲਕਮ। ਥੈਂਕ ਯੂ, ਵੈਲਕਮ। ਡਾਕਟਰ ਸਾਹਿਬ, ਕੰਪਲੀਟ ਜਸਟਿਸ ਦੇ ਬਾਰੇ ਤੁਸੀਂ ਕੀ ਕਹੋਗੇ? ਭੱਟੀ ਸਾਹਿਬ, ਇਹ ਤਾਂ ਬੜੀ ਸਿੰਪਲ ਜਿਹੀ ਗੱਲ ਹੈ ਕਿ ਜਿਸ ਵੇਲੇ ਵੀ ਬੰਦਾ ਕਿਸੇ ਵੀ ਕਚਹਿਰੀ 'ਚ ਜਾਂਦਾ ਹੈ ਉਹ ਜਸਟਿਸ ਲੈਣ ਲਈ ਜਾਂਦਾ ਔਰ ਜਸਟਿਸ ਜਿਹੜਾ ਹੈਗਾ ਉਹ ਲਾਅ ਦੇ ਮੁਤਾਬਕ ਕੀਤਾ ਜਾਂਦਾ ਕਿ ਲਾਅ ਜਿਹੜਾ ਹੈਗਾ ਉਹ ਪਾਰਲੀਮੈਂਟ ਬਣਾਉਂਦੀ ਹੈ ਜਾਂ ਸਟੇਟ ਲੈਜਿਸਲੇਚਰ ਬਣਾਉਂਦੀ ਹੈ ਔਰ ਉਹਦੇ ਮੁਤਾਬਕ ਉਹ ਜਿਹੜਾ ਹੈਗਾ ਜੱਜ ਜਿਹੜਾ ਹੈਗਾ ਉਹਦਾ ਉਹ ਫੈਸਲਾ ਕਰਦਾ, ਚਾਹੇ ਉਹ ਕ੍ਰਿਮੀਨਲ ਕੇਸ ਹੋਵੇ ਚਾਹੇ ਉਹ ਸਿਵਲ ਕੇਸ ਹੋਵੇ, ਜਿਹੜਾ ਫੈਕਟਸ ਦੇ ਮੁਤਾਬਕ। ਔਰ ਫਿਰ ਲਾਅ ਜਿਹੜਾ ਸਟੈਚੂਟਰੀ ਲਾਅ ਹੈਗਾ ਜਿਹੜਾ ਕਿ ਲੈਜਿਸਲੇਚਰ ਨੇ ਪਾਸ ਕੀਤਾ ਹੈ ਉਹਦੇ ਮੁਤਾਬਕ ਉਹ ਜੱਜਮੈਂਟ ਦਿੰਦਾ, ਉਹਨੂੰ ਅਸੀਂ ਜਸਟਿਸ ਕਹਿ ਦਿੰਦੇ ਹਾਂ। ਔਰ ਜੇ ਥੱਲੇ ਦੀ ਅਦਾਲਤ ਦੇ ਵਿੱਚ ਕੋਈ ਚੀਜ਼ ਜਿਹੜੀ ਹੈਗੀ ਆ ਉਹ ਕਿਸੇ ਵੀ ਪਾਰਟੀ ਨੂੰ ਲੱਗੇ ਕਿ ਉਹਦੇ ਨਾਲ ਇਨਸਾਫ ਨਹੀਂ ਹੋਇਆ, ਉਹ ਫਿਰ ਉਹਦੀ ਅੱਗੇ ਅਪੀਲ ਕਰ ਸਕਦਾ, ਰਿਵੀਜ਼ਨ ਕਰ ਸਕਦਾ, ਉਹ ਟੈਕਨੀਕਲ ਚੀਜ਼ਾਂ ਹੈਗੀਆਂ। ਕੰਪਲੀਟ ਜਸਟਿਸ ਦਾ ਮਤਲਬ ਇਹ ਹੈਗਾ ਕਿ ਜੇ ਕਿਤੇ ਇਹ ਜਿਹੜਾ ਸਟੈਚੂਟਰੀ ਲਾਅ ਹੈਗਾ ਉਹ ਸਾਇਲੈਂਟ ਵੀ ਹੋਵੇ ਤਾਂ ਵੀ ਉਹ ਕੰਪਲੀਟ ਜਸਟਿਸ ਜਿਹੜਾ ਹੈਗਾ ਉਹ ਦੇ ਇਨ ਦੀ ਫੈਕਟਸ ਐਂਡ ਸਰਕਮਸਟੈਂਸਿਸ ਆਫ ਦੀ ਕੇਸ ਉਹ ਜੱਜ ਉਹਦਾ ਨਿਰਣਾ ਕਰ ਸਕਦਾ ਹੈ। ਈਵਨ ਇਫ a judge has to go beyond the statutory law, beyond the written law, beyond the law that has been passed by parliament or a state legislature, यानी कि कंप्लीट दोनों ਧਿਰਾਂ ਦਾ ठीक फैसला ਜਿਹੜੀ ਕਿ ਉਹਦੀ ਜੁਡੀਸ਼ੀਅਲ ਕੌਂਸ਼ੈਂਸ ਕਹਿੰਦੀ ਹੈ ਉਹਦੇ ਮੁਤਾਬਕ ਅਗਰ ਕਰਦਾ। ਇਹ ਦਰਅਸਲ ਪਾਵਰ ਜਿਹੜੀ ਹੈ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਆਰਟੀਕਲ 142 ਦੇ ਵਿੱਚ ਸੁਪਰੀਮ ਕੋਰਟ ਦੇ ਕੋਲ ਹੀ ਪਹਿਲਾਂ ਹੁੰਦੀ ਸੀ। ਹੁਣ ਵੀ ਰਿਟਨ ਕੌਨਸਟੀਟਿਊਸ਼ਨ ਦੇ ਵਿੱਚ ਆਰਟੀਕਲ 142 ਜਿਹੜਾ ਹੈਗਾ ਉਹਦੇ ਵਿੱਚ ਇਹ ਹੈਗਾ, ਜੇ ਕੋਈ ਸਟੈਚੂਟਰੀ ਲਾਅ ਜਿਹੜਾ ਕਿਸੇ ਰਿਲੀਫ ਨੂੰ ਦੇਣ ਲਈ ਮਨਾਹੀ ਕਰਦਾ ਹੋਵੇ ਤਾਂ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੈਗੇ ਆ ਉਹ ਆਪਣੀ ਜੁਡੀਸ਼ੀਅਲ ਕੌਂਸ਼ੈਂਸ ਦੇ ਮੁਤਾਬਕ ਉਹਦਾ ਫੈਸਲਾ ਕਰ ਸਕਦੇ ਆ, ਈਵਨ ਇਫ it is not there in the statutory law as given by the parliament or the state legislature। ਉਹ ਆਰਟੀਕਲ 142 ਦੇ ਅੰਡਰ ਹੀ ਕਰਦੇ ਆ। ਜਿਹੜੀ ਆਰਟੀਕਲ 141 ਹੈ ਉਹਦੇ ਵਿੱਚ ਜਿਹੜਾ ਵੀ in the facts and circumstances of any case ਸੁਪਰੀਮ ਕੋਰਟ ਜਿਹੜਾ ਡਿਸਾਈਡ ਕਰੇ that is binding on all the courts in India। ਲੇਕਿਨ 142 ਜਿਹੜਾ ਆਰਟੀਕਲ ਹੈ ਉਹ ਦਰਅਸਲ ਓਰੀਜਨਲੀ ਇਹ ਸਿਰਫ ਸੁਪਰੀਮ ਕੋਰਟ ਦੇ ਕੋਲ ਹੀ ਅਖਤਿਆਰ ਸੀਗਾ, ਲੇਕਿਨ ਬਹੁਤ ਇੰਪੋਰਟੈਂਟ ਹੈ। ਜਸਟ ਇਹ 1985 ਦੀ ਗੱਲ ਹੈ, ਜਸਟਿਸ ਸੰਸਾਰੀਆ ਸੁਪਰੀਮ ਕੋਰਟ ਦੇ ਜੱਜ ਸੀਗੇ 95 ਔਰ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਉਹ ਚੀਫ ਜਸਟਿਸ ਸੀਗੇ ਉੜੀਸਾ ਹਾਈ ਕੋਰਟ ਦੇ। ਔਰ ਉੜੀਸਾ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਲੱਗਾ ਕਿ ਇਹ ਜਿਹੜਾ ਸਟੈਚੂਟਰੀ ਲਾਅ ਹੈ ਉਹ ਤਾਂ ਠੀਕ ਨਹੀਂ ਹੈਗਾ, ਲੇਕਿਨ 142 ਦਾ ਜਿਹੜਾ ਪ੍ਰੋਵੀਜ਼ਨ ਹੈਗਾ ਉਹ ਸਿਰਫ ਸੁਪਰੀਮ ਕੋਰਟ 'ਚ ਹੈ। ਔਰ ਉਹ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਸੀਗੇ, ਉਹ ਉਦੋਂ ਉਹਦਾ ਜੋ ਉਹਨਾਂ ਦੀ ਜੁਡੀਸ਼ੀਅਲ ਕੌਂਸ਼ੈਂਸ ਕਹਿੰਦੀ ਸੀ ਮੇਰੀ ਸਮਝ ਦੇ ਮੁਤਾਬਕ ਉਹ ਉਹਦਾ ਫੈਸਲਾ ਨਹੀਂ ਕਰ ਸਕੇ। ਲੇਕਿਨ ਜਦੋਂ ਉਹ ਸੁਪਰੀਮ ਕੋਰਟ ਦੇ ਜੱਜ ਬਣੇ ਉਹਨਾਂ ਨੇ ਇੱਕ ਕੇਸ ਦੇ ਵਿੱਚ ਇਹ ਐਡਮਿਟ ਕੀਤਾ ਕਿ ਮੈਂ ਜਦੋਂ ਚੀਫ ਜਸਟਿਸ ਸੀ ਉੜੀਸਾ ਹਾਈ ਕੋਰਟ ਦਾ, what I wanted to do I could not do
ਵਾਈ ਕਿਉਂਕਿ ਮੇਰੇ ਕੋਲ 142 ਆਰਟੀਕਲ ਦਾ ਪ੍ਰੋਵੀਜ਼ਨ ਨਹੀਂ ਸੀਗਾ, ਲੇਕਿਨ ਵਾਈ while sitting as judge of Supreme Court, now I say that complete justice should be done by all high courts. The article 142 itself may not be applicable, may not be available to the high courts, but with a view to doing complete justice, high court can also have the taperings of article 142 complete justice ਹਰ ਹਾਈ ਕੋਰਟ ਨੂੰ ਕਰਨਾ ਚਾਹੀਦਾ ਹੈਗਾ। ਜੇ ਹਾਈ ਕੋਰਟ ਕੋਲ ਇਹ ਪਾਵਰ ਹੈ ਕਿ ਯੂਨੀਅਨ ਆਫ ਇੰਡੀਆ ਦਾ ਵੀ ਕੋਈ ਜਿਹੜਾ ਸਟੈਚੂਟਰੀ ਲਾਅ ਹੈਗਾ ਉਹਨੂੰ ਵੀ ਉਹ ਰੱਦ ਕਰ ਸਕਦਾ ਹੈ, ਤੇ ਇਹ ਤਾਂ ਪਾਵਰ ਬੜੀ ਛੋਟੀ ਹੈ। ਕੰਪਲੀਟ ਜਸਟਿਸ ਹਾਈ ਕੋਰਟ ਨੂੰ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਜਿੱਦਾਂ ਸੁਪਰੀਮ ਕੋਰਟ 142 ਆਰਟੀਕਲ ਦੇ ਮੁਤਾਬਕ ਕਰਦਾ। ਬਲਕਿ ਉਹਨਾਂ ਨੇ ਇੱਕ ਹੋਰ ਆਬਜ਼ਰਵੇਸ਼ਨ ਦਿੱਤੀ ਕਿ ਐਵਰੀ ਕੋਰਟ is to do complete justice between the parties। ਇਹ 141 और 142 ਆਰਟੀਕਲਸ ਦੇ ਡਿਫਰੈਂਸ ਦੇ ਮੁਤਾਬਕ ਹੈ ਜੀ। ਇੱਕ ਚੀਜ਼ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜੇ ਜੁਡੀਸ਼ੀਅਲ ਕਨਫਰੰਸ ਨਹੀਂ ਹੈਗੀ ਤੇ ਇਸ ਦਾ ਮਤਲਬ ਕੰਪਲੀਟ ਜਸਟਿਸ ਨਹੀਂ ਹੋਣਾ। ਨਹੀਂ ਦੇਖੋ ਨਾ, ਇਹ ਦੇਖੋ ਜਿਸ ਵੇਲੇ ਵੀ ਕੋਈ ਵੀ ਕੇਸ ਜਾਂਦਾ ਹੈ A ਵਰਸਸ B, A ਨੂੰ ਆਪਣਾ ਕੇਸ ਠੀਕ ਲੱਗਦਾ, B ਨੂੰ ਆਪਣਾ ਕੇਸ ਠੀਕ ਲੱਗਦਾ, ਔਰ ਇਹ ਜੱਜ ਨੇ ਐਜ਼ ਇੰਪਾਇਰ ਇਹ ਫੈਸਲਾ ਕਰਨਾ ਹੈ ਕਿ ਕਿਹੜੀ ਚੀਜ਼ ਕੀਤੀ ਜਾ ਸਕਦੀ ਹੈਗੀ ਆ। ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਮੈਂ ਸੁਪਰੀਮ ਕੋਰਟ ਦੀਆਂ ਉਦਾਹਰਨ ਨਹੀਂ ਦੇਣਾ ਚਾਹੁੰਦਾ ਕਿਉਂਕਿ ਬਾਬਰੀ ਮਸਜਿਦ ਵਾਲੇ ਕੇਸ ਵੀ ਹੋਰ ਕਈ ਕੇਸਿਸ ਦੇ ਵਿੱਚ ਵੀ ਆਰਟੀਕਲ 142 ਨੂੰ ਉਹਨਾਂ ਨੇ ਇਨਵੋਕ ਕੀਤਾ। ਕਹਿਣ ਦਾ ਮਤਲਬ ਇਹ ਹੈ ਕਈ ਮੈਟਰੀਮੋਨੀਅਲ ਮੈਟਰਸ ਦੇ ਵਿੱਚ ਵੀ ਜਿੱਦਾਂ ਡਾਈਵੋਰਸ ਬਾਈ ਮਿਊਚੁਅਲ ਕੌਨਸੈਂਟ ਦੇ ਵਿੱਚ ਜਿਹੜਾ ਹੈਗਾ ਕਿ ਦੋਨੇ ਮੀਆਂ ਬੀਵੀ ਪਟੀਸ਼ਨ ਕਰਦੇ ਆ ਔਰ ਉਹ ਡਿਸਟ੍ਰਿਕਟ ਜੱਜ ਜਿਹੜਾ ਹੈਗਾ ਉਹਨੂੰ ਰਜਿਸਟਰ ਕਰ ਲੈਂਦਾ ਔਰ ਫਿਰ ਕਹਿੰਦਾ ਉਹਨੂੰ ਟਾਈਮ ਦਿੰਦਾ 6 ਮਹੀਨਿਆਂ ਦਾ ਕਿ ਕਿਉਂਕਿ ਹੋ ਸਕਦਾ ਕਿ ਸੁਲ੍ਹਾ ਹੋ ਜਾਵੇ। ਦੀ ਕੋਰਟਸ ਆਰ ਟੂ ਮੇਕ ਦੀ ਫੈਮਲੀਜ਼ ਨਾਟ ਬ੍ਰੇਕ ਦੀ ਫੈਮਲੀਜ਼, ਪ੍ਰੋਵੀਜ਼ਨ ਇਹ ਹੈ। ਲੇਕਿਨ ਕਈ ਕੇਸਿਸ ਦੇ ਵਿੱਚ ਉਹਨਾਂ ਨੇ ਦੇਖਿਆ 10-10 20-20 ਸਾਲ ਮੀਆਂ ਬੀਵੀ ਆਪਸ 'ਚ ਲੜਦੇ ਰਹਿੰਦੇ ਆ, ਸਿਵਲ ਕੇਸਿਸ ਵੀ ਚੱਲਦੇ ਆ, ਕ੍ਰਿਮੀਨਲ ਕੇਸਿਸ ਵੀ ਚੱਲਦੇ ਆ। ਇਸ ਕਰਕੇ ਉਹ ਆਰਟੀਕਲ 142 ਦੇ ਮੁਤਾਬਕ ਕੰਪਲੀਟ ਜਸਟਿਸ ਉਹ ਕਰਨ ਵਾਸਤੇ ਉਹ ਕਹਿੰਦੇ ਭਾਈ ਤੁਹਾਡੀ ਹੁਣ ਨਹੀਂ ਬਣੀ, ਪਿਛਲੇ ਇੰਨੇ ਸਾਲਾਂ ਤੋਂ ਨਹੀਂ ਬਣੀ, ਇਸ ਕਰਕੇ ਬੈਟਰ ਹੈ ਕਿ ਤੁਸੀਂ ਇਹ ਬਿਟਰ ਪਿਲ ਲੈ ਲਓ ਐਂਡ ਪਾਰਟ ਐਜ਼ ਫਰੈਂਡਸ। ਉਹ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਉਹਨਾਂ ਨੇ ਆਰਟੀਕਲ 142 ਦੇ ਮੁਤਾਬਕ ਕੀਤੀਆਂ ਹੈਗੀਆਂ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਵੀ ਕੋਈ ਵੀ ਕੇਸ ਕਿਸੇ ਵੀ ਅਦਾਲਤ ਦੇ ਕੋਲ ਜਾਂਦਾ ਹੈ ਉਹਨਾਂ ਨੂੰ ਬੈਲੈਂਸ ਕਰਦੇ ਹੋਏ ਦੋਨਾਂ ਪਾਰਟੀਆਂ ਦੇ ਮੁਤਾਬਕ ਜਿਹੜਾ ਹੈਗਾ ਉਹ ਕਰਨਾ ਚਾਹੀਦਾ। ਉਹਨੂੰ ਕੰਪਲੀਟ ਜਸਟਿਸ ਕਹਿੰਦੇ ਆ। ਜਸਟਿਸ ਗੁੱਡ ਕੌਨਸ਼ੀਅੰਸ ਔਰ ਇਕੁਇਟੀ ਦੇ ਮੁਤਾਬਕ ਹੋਣਾ ਚਾਹੀਦਾ। ਇੱਕ ਹਾਈ ਕੋਰਟ ਦੇ ਵਿੱਚ ਜਦੋਂ ਮੈਂ ਵਿਜ਼ਿਟ ਕੀਤਾ, ਮੈਂ ਜਾਂਦਾ ਰਹਿੰਦਾ ਬਾਹਰ ਦੀਆਂ ਹਾਈ ਕੋਰਟਾਂ ਵਿੱਚ ਵੀ ਅਤੇ ਬਾਹਰ ਦੀਆਂ ਕੋਰਟਾਂ ਵਿੱਚ ਵੀ ਜਾਂਦਾ ਰਹਿੰਦਾ। ਉੱਥੇ ਮੈਂ ਇੱਕ ਕੇਸ ਮੇਰੀ ਨਿਗਾਹ 'ਚ ਆਇਆ। ਮੈਂ ਪਾਰਟੀਆਂ ਦਾ ਨਾਮ ਨਹੀਂ ਲੈ ਰਿਹਾ, ਹਾਈ ਕੋਰਟ ਦਾ ਨਾਮ ਨਹੀਂ ਲੈ ਰਿਹਾ, ਜੱਜ ਸਾਹਿਬ ਦਾ ਨਾਮ ਨਹੀਂ ਲੈ ਰਿਹਾ। ਉਹ ਵਜ੍ਹਾ ਕਿਉਂਕਿ ਵਜ੍ਹਾ ਸਾਰਿਆਂ ਨੂੰ ਪਤਾ ਹੈ, ਲੇਕਿਨ ਜਿਹੜੀ ਵਜ੍ਹਾ ਕਰਕੇ ਮੈਂ ਇਹ ਗੱਲ ਕੀਤੀ ਹੈ ਉਹ ਵਜ੍ਹਾ ਇਹ ਹੈ ਕਿ ਦੋਨੋਂ ਪਾਰਟੀਆਂ ਕਰੋੜਪਤੀ ਸੀ, ਮੀਆਂ ਤੇ ਬੀਬੀ ਦੋਨੋਂ ਕਰੋੜਪਤੀ ਸੀ। ਮੀਆਂ ਸਾਹਿਬ ਕਹਿਣ ਲੱਗੇ, ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਤੋਂ 5 ਕਰੋੜ ਰੁਪਈਆ ਲੈ ਲਓ ਅਤੇ ਮੇਰਾ ਖਹਿੜਾ ਛਡਾ ਦਿਓ ਇਸ ਬੀਬੀ ਤੋਂ, ਮੈਂ ਇਹਨੂੰ 5 ਕਰੋੜ ਲਈ ਦੇਣ ਲਈ ਹਾਜ਼ਰ ਹਾਂ ਔਰ ਹੁਣੇ ਦੇ ਸਕਦਾ ਮੈਂ ਇਹਨੂੰ। ਅਤੇ ਉਹ ਬੀਬੀ ਕਹਿਣ ਲੱਗੀ ਕੋਰਟ ਦੇ ਵਿੱਚ ਹੀ, ਮੈਂ 10 ਕਰੋੜ ਦੇਣੀ ਆ ਜੱਜ ਸਾਹਿਬ, ਇਹਨੂੰ 10 ਦਿਨ ਦੀ ਸਜ਼ਾ ਕਰ ਦਿਓ। ਅਤੇ ਇਸ ਹਾਲਾਤ ਦੇ ਵਿੱਚ ਜੱਜ ਸਾਹਿਬ ਲਈ ਇੱਕ ਬੜਾ ਵੱਡਾ ਦਵੰਦ ਪੈਦਾ ਹੋ ਗਿਆ ਸੀ ਅਤੇ ਤਰੀਕ ਦਰ ਤਰੀਕ ਚੱਲਦੀ ਰਹੀ। ਇਹਦੇ ਬਾਰੇ ਕੀ ਕਹੋਗੇ? ਪੱਟੀ ਸਾਹਿਬ, ਇੱਦਾਂ ਦੀਆਂ ਚੀਜ਼ਾਂ ਆਮ ਤੌਰ ਦੇ ਉੱਤੇ ਜਿਹੜੀ ਈਗੋ ਕਲੈਸ਼ ਵਾਲਾ ਹੈ ਨਾ, ਬਹੁਤ ਸਾਰੇ ਕੇਸਿਸ ਜਿਹੜੇ ਮੈਟਰੀਮੋਨੀਅਲ ਮੈਟਰਸ ਹੁੰਦੇ ਆ ਉਹ ਈਗੋ ਕਲੈਸ਼ ਕਰਕੇ ਆਉਂਦੇ ਆ, ਜਿਹੜੀ ਕਿ ਬੜੀ ਭੈੜੀ ਗੱਲ ਹੈਗੀ ਹੈ। ਸਾਨੂੰ ਸੋਸ਼ਲ ਐਕਟਿਵਿਸਟ ਨੂੰ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ ਹੈਗਾ, ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈਗਾ ਕਿ ਬਣ ਜਾਵੇ ਬਹੁਤ ਅੱਛੀ ਗੱਲ ਹੈ, ਜੇ ਨਾ ਬਣ ਜਾਵੇ ਤਾਂ ਇਟ ਇਜ਼ ਬੈਟਰ ਟੂ ਪਾਰਟ ਐਜ਼ ਫਰੈਂਡਸ। ਇਹਨੂੰ ਫੇਲੀਅਰ ਆਫ ਜਸਟਿਸ ਕਹੋਗੇ ਜਾਂ ਕੰਪਲੀਟ ਲੈਕ ਆਫ ਕੰਪਲੀਟ ਜਸਟਿਸ ਕਹੋਗੇ? ਇਹ
it cannot be said to be complete justice. Obviously a failure of justice ਤਾਂ ਮੈਂ ਕਹਿਣਾ ਨਹੀਂ ਚਾਹੂੰਗਾ, ਕਿਉਂਕਿ ਬਹੁਤ ਸਾਰੀਆਂ ਜਿਹੜੇ ਲੋਅਰ ਕੋਰਟਸ ਦੇ ਫੈਸਲੇ ਆ ਉਹ ਉੱਪਰ ਤੋਂ ਉੱਪਰ ਜਾ ਸਕਦੇ ਆ। ਈਵਨ ਸੁਪਰੀਮ ਕੋਰਟ ਦਾ ਵੀ ਇੱਕ ਵਾਰੀ ਜੇ ਫੈਸਲਾ ਹੋ ਜਾਂਦਾ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਉਹ ਸੁਪਰੀਮ ਕੋਰਟ ਆਪਣੇ ਫੈਸਲੇ ਨੂੰ ਵੀ ਰਿਵਿਊ ਕਰ ਸਕਦੀ ਆ, ਔਰ ਕਈ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਆਪਣੇ ਹੀ ਦਿੱਤੇ ਹੋਏ ਫੈਸਲੇ ਨੂੰ ਰਿਵਿਊ ਕਰਕੇ ਉਹਨੂੰ ਕਰੈਕਟ ਵੀ ਕੀਤਾ ਹੈ। ਇੱਕ ਵਾਰੀ ਮੈਂ ਸੁਪਰੀਮ ਕੋਰਟ ਬੈਠਾ ਸਾਂ, ਕਿਤੇ ਮੈਟਰ ਨੂੰ ਕਰਕੇ ਬਾਹਰ ਨਿਕਲਿਆ ਤੇ ਲਾਇਬ੍ਰੇਰੀ 'ਚ ਆਇਆ। ਜਦੋਂ ਲਾਇਬ੍ਰੇਰੀ 'ਚ ਆਇਆ ਤੇ ਕੋਈ ਸੀਨੀਅਰ ਐਡਵੋਕੇਟ ਤੇ ਕੁਛ ਉੱਥੇ ਮਾਨਯੋਗ ਰਿਟਾਇਰਡ ਜੱਜਿਸ ਉੱਥੇ ਹਾਜ਼ਰ ਸੀ, ਜਿਨ੍ਹਾਂ ਵਿੱਚ ਇਹ ਇੱਕ ਚਰਚਾ ਚੱਲ ਪਈ ਵੀ ਇਹ ਜੋ ਹੋ ਰਿਹਾ ਇਸ ਵੇਲੇ ਸਿਸਟਮ ਦੇ ਵਿੱਚ, ਜੇ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਵੀ ਅਪੀਲ ਹੋਵੇ ਤਾਂ ਇਹਦੇ ਵਿੱਚੋਂ 99% ਫੈਸਲੇ ਜਿਹੜੇ ਨੇ ਸੈਟੀਸਫਾਈਡ ਹੋ ਜਾਣਗੇ। ਇਹਦੇ ਬਾਰੇ ਕੀ ਕਹੋਗੇ? ਭੱਟੀ ਸਾਹਿਬ, ਇਹਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਜਿਸ ਵੇਲੇ ਕੋਈ ਵੀ ਫੈਸਲਾ ਕੀਤਾ ਜਾਂਦਾ ਹੈਗਾ ਉਹ ਉਹਨਾਂ ਹਾਲਾਤ ਦੇ ਮੁਤਾਬਕ ਦੇਖਣਾ ਪੈਂਦਾ ਹੈਗਾ, ਔਰ ਹਾਲਾਤ ਜਿਹੜੇ ਹੈਗੇ ਕਦੀ ਵੀ ਸਟੈਟਿਕ ਨਹੀਂ ਰਹਿੰਦੇ। ਲਾਅ ਇਜ਼ ਆਲਸੋ ਡਾਇਨਾਮਿਕ, ਔਰ ਫਿਰ ਲਾਅ ਵੀ ਉਹਦੇ ਮੁਤਾਬਕ ਹੀ ਬਦਲਦਾ ਰਹਿੰਦਾ ਹੈਗਾ। ਔਰ ਜੱਜਮੈਂਟਸ ਵੀ ਤੁਸੀਂ ਇਹ ਦੇਖਦੇ ਹੋ ਕਿ ਸੁਪਰੀਮ ਕੋਰਟ ਦਾ ਵੀ ਕੋਈ ਫੈਸਲਾ ਸੀਗਾ ਔਰ ਉਹ ਜੇ ਪੁਰਾਣਾ ਹੋ ਗਿਆ, ਨਏ ਤੌਰ ਦੇ ਉੱਤੇ ਜਿਹੜੇ ਬਾਅਦ ਦੇ ਵਿੱਚ ਉਸੇ ਤਰ੍ਹਾਂ ਦਾ ਮੈਟਰ ਅਗਰ ਸੁਪਰੀਮ ਕੋਰਟ ਦੇ ਕੋਲ ਆਇਆ ਤਾਂ ਉਹਦੇ ਵਿੱਚ ਉਹ ਜਿਹੜੀ ਪੁਰਾਣੀ ਜੱਜਮੈਂਟ ਸੀ ਉਹ ਬਿਲਕੁਲ ਰਿਵਰਸ ਕਰ ਦਿੱਤੀ ਗਈ। ਸੋ ਲਾਅ ਇਜ਼ ਆਲਸੋ ਸਟੈਟਿਕ, ਲਾਅ ਇਜ਼ ਨਾਟ ਸਟੈਟਿਕ, ਇਟ ਇਜ਼ ਆਲਸੋ ਡਾਇਨਾਮਿਕ। ਕੇਸ਼ਵਾਨੰਦ ਭਾਰਤੀ ਦਾ ਕੇਸ ਹੋਇਆ 1972 ਸੁਪਰੀਮ ਕੋਰਟ, ਜਿਹਦੇ ਵਿੱਚ ਕੌਨਸਟੀਟਿਊਸ਼ਨ ਦੀ ਸੋਲ ਜਿਹੜੀ ਹੈ ਉਸ ਨੂੰ ਅਪਹੈਲਡ ਕੀਤਾ ਗਿਆ ਸੀਗਾ। ਔਰ ਉਸ ਦੇ ਵਿੱਚ ਇੱਕ ਆਬਜ਼ਰਵੇਸ਼ਨ ਇਹ ਵੀ ਆਈ ਸੀ ਡਿਊਰਿੰਗ ਦੀ ਕੋਰਸ ਆਫ ਆਰਗੂਮੈਂਟਸ, ਏਕੜਸ ਆਫ ਰਿਵਰ ਐਂਡ ਏਕੜਸ ਆਫ ਪੇਪਰ ਐਂਡ ਰਿਵਰਸ ਆਫ ਇੰਕ ਵੇਸਟੇਡ, ਰਿਜ਼ਲਟ ਜ਼ੀਰੋ। ਇਹਦੇ ਉੱਤੇ ਕੀ ਕਹੋਗੇ? ਕੇਸ਼ਵਾਨੰਦ ਭਾਰਤੀ ਦਾ ਬੇਸਿਕ ਕੇਸ ਹੈਗਾ, ਉਹਦਾ ਮੈਂ ਇੱਕੋ ਕਮੈਂਟ ਦਿੰਦਾ ਹਾਂ ਕਿ ਜੱਜਿਸ ਡਿਡ ਨਾਟ ਟਾਕ ਟੂ ਈਚ ਅਦਰ, they did not talk to each other, they talked at each other। ਉਹ ਇੱਕ ਦੂਸਰੇ ਦੇ ਨਾਲ ਜਿਹੜਾ ਹੈਗਾ ਉਹ ਕੰਪੀਟ ਕਰਦੇ ਰਹੇ ਡਿਫਰੈਂਟ ਆਰਗੂਮੈਂਟਸ। ਇਹ ਜਸਟਿਸ ਸੀਕਰੀ ਦੀ ਬੜਾ ਸਿਆਣਪ ਸੀਗਾ ਕਿ ਅਖੀਰ ਦੇ ਵਿੱਚ ਉਹਨੇ ਜਿਹੜਾ ਹੈਗਾ 5:6 ਦੇ ਮੁਤਾਬਕ, ਯਾਨੀ ਕਿ ਇੱਕ ਜੱਜ ਦੇ ਫੈਸਲੇ ਦੇ ਮੁਤਾਬਕ ਇਹ ਕਹਿਤਾ ਕਿ ਪਾਰਲੀਮੈਂਟ ਕੈਨ ਅਮੈਂਡ ਦੀ ਕੌਨਸਟੀਟਿਊਸ਼ਨ ਇਨਕਲੂਡਿੰਗ ਫੰਡਾਮੈਂਟਲ ਰਾਈਟਸ, ਬਟ Parliament cannot amend the basic structure of the constitution। ਹੁਣ ਸਵਾਲ ਪੈਦਾ ਹੁੰਦਾ ਕਿ basic structure ਕੀ ਹੈ? basic structure ਸੁਪਰੀਮ ਕੋਰਟ ਨੇ ਕਿਹਾ we shall define from time to time, ਕਿ basic structure ਜਿਹੜਾ ਹੈਗਾ ਉਹ ਉਹਨਾਂ ਨੇ ਫਿਰ ਆਪਣੀ ਛਾਤੀ ਨਾਲ ਲੁਕੋ ਕੇ ਰੱਖ ਲਿਆ। ਉਹਦਾ ਰੀਜ਼ਨ ਇਹ ਹੈ ਕਿ basic structure also keeps on changing with the time। ਜਿੱਦਾਂ ਮੈਂ ਪਹਿਲਾਂ ਕਿਹਾ ਕਿ law is not static, it is dynamic। ਆਰਟੀਕਲ 21 of the constitution ਕਿੰਨਾ ਸਿੰਪਲ ਆਰਟੀਕਲ ਹੈ, freedom of life and liberty, ਲੇਕਿਨ ਬਹੁਤ ਸਾਰੇ ਰਾਈਟਸ ਜਿਹੜੇ ਹੈਗੇ ਆ ਆਰਟੀਕਲ 21 ਦੇ ਵਿੱਚ ਜਿਹੜੇ ਹੈਗੇ ਆ ਉਹ ਪੜ੍ਹੇ ਗਏ, ਔਰ ਉਹਦੀ ਇੰਟਰਪ੍ਰੀਟੇਸ਼ਨ ਦੇ ਨਾਲ ਜਿਹੜਾ ਹੈਗਾ the courts are to interpret the law। While interpreting, they give new law। Sir, ਇੱਕ ਚੀਜ਼ ਹੋਰ ਹੈ, ਉਹ ਸਾਫ਼ ਤੇ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ, ਡਿਪਟੀ ਚੀਫ ਮਿਨਿਸਟਰ ਦੀ ਕੋਈ ਪੋਸਟ ਨਹੀਂ ਕੌਨਸਟੀਟਿਊਸ਼ਨ ਦੇ ਵਿੱਚ, ਲੇਕਿਨ ਸਾਡੀਆਂ ਕਈ ਸਰਕਾਰਾਂ ਭਾਵੇਂ ਕਾਂਗਰਸ ਦੀਆਂ ਨੇ ਤੇ ਭਾਵੇਂ ਬੀਜੇਪੀ ਦੀਆਂ ਨੇ ਤੇ ਭਾਵੇਂ ਕਿਸੇ ਹੋਰ ਪਾਰਟੀ ਦੀਆਂ, ਉਹ ਡਿਪਟੀ ਸੀਐਮ ਜ਼ਰੂਰ ਬਣਾਉਂਦੀਆਂ। ਇਹ ਸੰਵਿਧਾਨ ਦੀ ਜਿਹੜੀ ਸੁਗੰਧ ਲੈਂਦੇ ਨੇ, ਓਥ ਲੈਂਦੇ ਨੇ, ਜਿਹਦੇ ਥੱਲੇ ਉਸੇ ਵੇਲੇ ਉਹਦੀ ਵਾਇਲੇਸ਼ਨ ਕਰ ਦਿੰਦੇ ਨੇ। ਇਹਦੇ ਬਾਰੇ ਕੀ ਕਹੋਗੇ? ਸਰ, ਇਹ ਜਿਹੜੀ ਹੈ ਚੀਜ਼ ਦਰਅਸਲ ਸਾਡੀ ਜਿਹੜੀ ਪਹਿਲੀ ਇੰਡੀਅਨ ਕੈਬਨਿਟ ਬਣੀ ਸੀ ਜਵਾਹਰ ਲਾਲ ਨਹਿਰੂ ਦੇ ਨਾਲ, ਉਹਦੇ ਵਿੱਚ ਵੀ ਡਿਪਟੀ ਪ੍ਰਾਈਮ ਮਿਨਿਸਟਰ ਸਰਦਾਰ ਪਟੇਲ ਨੂੰ ਬਣਾਇਆ ਗਿਆ ਸੀ। ਹੂਸੋਐਵਰ ਇਜ਼ ਨੰਬਰ 2 ਉਹਨੂੰ ਡਿਪਟੀ ਡੈਜ਼ਿਗਨੇਟ ਕਰ ਦਿੱਤਾ ਗਿਆ। ਕਿਸੇ ਵੀ ਸੰਸਥਾ ਦੇ ਵਿੱਚ, ਜਿੱਦਾਂ ਸਕੂਲ ਕਾਲਜ ਦੇ ਵਿੱਚ ਪ੍ਰਿੰਸੀਪਲ ਆ, ਜਿਹੜਾ
ਸੀਨੀਅਰ ਮੋਸਟ ਟੀਚਰ ਹੁੰਦਾ ਹੈਗਾ ਉਹਨੂੰ ਕਈ ਜਗ੍ਹਾ ਦੇ ਉੱਤੇ ਵਾਈਸ ਪ੍ਰਿੰਸੀਪਲ ਕਹਿ ਦਿੰਦੇ ਆ, ਸੈਕੰਡ ਹੈਡ ਮਾਸਟਰ ਕਹਿ ਦਿੰਦੇ ਆ। ਉਹ ਕੰਮ ਚਲਾਉਣ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਫੀਜ਼ੀਬਲ ਹੈਗਾ ਉਹ ਇਹ ਬਾਈ ਕਨਵੈਨਸ਼ਨ ਹੈਗਾ ਕਿ ਤੁਸੀਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਬਣਦੇ ਰਹੇ ਹੋ, ਚੌਧਰੀ ਚਰਨ ਸਿੰਘ ਵੀ ਡਿਪਟੀ ਪ੍ਰਾਈਮ ਮਿਨਿਸਟਰ ਰਹੇ ਹੈਗੇ ਆ। ਔਰ ਇਸੇ ਤਰ੍ਹਾਂ ਇਹ ਜਿਹੜੀ ਪ੍ਰਥਾ ਹੈਗੀ ਹੈ ਉਹ ਸਟੇਟਸ ਦੇ ਵਿੱਚ ਵੀ ਐਜ਼ ਡਿਪਟੀ ਸੀਐਮ ਚੱਲਦੀ ਹੈਗੀ ਆ, ਬਾਈ ਕਨਵੈਨਸ਼ਨ ਹੈ। ਅਜੇ ਤੱਕ ਇਹ ਜਿਹੜਾ ਵੀ ਸੀਨੀਅਰ ਮੋਸਟ ਹੁੰਦਾ ਹੈ ਜਾਂ ਜਿਹੜਾ ਵੀ ਚੀਫ ਮਿਨਿਸਟਰ ਦੀ ਰਿਕਮੈਂਡੇਸ਼ਨ ਦੇ ਉੱਤੇ ਗਵਰਨਰ ਜਿਹੜਾ ਉਹਨੂੰ ਸਹੁੰ ਚੁਕਾ ਦਿੰਦਾ ਉਹਨੂੰ ਡਿਪਟੀ ਕਹਿ ਦਿੰਦੇ। ਜੇ ਵਰਚੁਅਲੀ ਇਹ ਹੈ ਕਿ ਹੀ ਇਜ਼ ਨੰਬਰ 2 ਸੈਕੰਡ ਇਨ ਕਮਾਂਡ। ਇਸ ਦਾ ਮਤਲਬ ਇਹ ਹੈ ਸੰਵਿਧਾਨ ਦੇ ਕੋਈ ਅਰਥ ਨਾ ਹੋਏ, ਕੌਨਸਟੀਟਿਊਸ਼ਨ ਤੋਂ ਉੱਤੇ ਕਨਵੈਨਸ਼ਨ ਹੋ ਗਈ। ਇਜ਼ ਇਟ ਕਰੈਕਟ? ਇਹ ਥੋੜੀ ਜਿਹੀ ਗੱਲ ਠੀਕ ਹੈਗੀ ਹੈ, ਲੇਕਿਨ ਇਹ ਸਿਰਫ ਡੈਜ਼ਿਗਨੇਸ਼ਨ ਦਿੱਤਾ ਗਿਆ, ਇਹ ਮਾਨ ਦਿੱਤਾ ਗਿਆ ਹੈਗਾ ਕਿ ਜੇ ਚੀਫ ਮਿਨਿਸਟਰ ਨਹੀਂ ਤੇ ਉਹ ਡਿਪਟੀ ਚੀਫ ਮਿਨਿਸਟਰ ਨਾਲ ਲੱਗਾ ਹੈ। ਜਾਂ ਇਹ ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ, ਇਟ ਇਜ਼ ਮੋਰ ਔਨ ਦੀ ਬੇਸਿਸ ਆਫ ਪੋਲੀਟੀਕਲ ਕੰਸੀਡਰੇਸ਼ਨ that such offices or such designations have been coined. ਕੌਨਸਟੀਟਿਊਸ਼ਨਲ ਕੋਰਟਸ ਜਿਹੜੀਆਂ ਆਪਣੇ ਸਾਹਮਣੇ ਅੱਖਾਂ ਦੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਦੇਖ ਰਹੀਆਂ ਔਰ ਉਹਨਾਂ ਦੀ ਵਾਇਲੈਂਸ ਹੁੰਦੀ ਦੇਖ ਰਹੀਆਂ ਔਰ ਫਿਰ ਵੀ ਮਿਊਟ ਸਪੈਕਟੇਟਰ ਨੇ ਦੋ ਸ਼ਬਦ। ਇਹਦੇ ਉੱਤੇ ਮੈਂ ਪਰਸਨਲੀ ਇਹ ਮਹਿਸੂਸ ਕਰਦਾ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਜੱਜ ਨੂੰ ਹਿੰਮਤ ਦਿਖਾ ਕੇ ਇਸ ਚੀਜ਼ ਦੇ ਉੱਤੇ ਪੂਰਾ ਥੀਸਿਸ ਲਿਖਣਾ ਚਾਹੀਦਾ। ਕਿਸੇ ਨਾ ਕਿਸੇ ਜੱਜਮੈਂਟ ਦੇ ਵਿੱਚ ਇਹ ਚੀਜ਼ ਉੱਭਰ ਕੇ ਆਏਗੀ, ਅੱਜ ਆ ਜਾਵੇ ਕੱਲ੍ਹ ਆ ਜਾਵੇ, ਕਿਸੇ ਨਾ ਕਿਸੇ ਦਿਨ ਆਏਗੀ। ਇਟ ਇਜ਼ ਅ ਗ੍ਰੇ ਏਰੀਆ ਦੈਟ ਆਈ ਡੂ ਐਡਮਿਟ। ਇਸ ਦਾ ਮਤਲਬ ਇਹ ਹੈ ਕਿ ਸੰਵਿਧਾਨ ਦਾ ਜਿਹੜਾ ਕਾਨ ਹੈ ਉਹ ਹੁੰਦਾ ਰਹੇਗਾ ਔਰ ਸੰਵਿਧਾਨ ਦੇ ਜਿਹੜੇ ਘਾੜੇ ਨੇ ਉਹ ਵਿਚਾਰੇ ਰੋਂਦੇ ਰਹਿਣਗੇ, ਦੇਖਦੇ ਰਹਿਣਗੇ ਸਾਡੀਆਂ ਕੌਨਸਟੀਟਿਊਸ਼ਨਲ ਕੋਰਟ ਜਿਹੜੀਆਂ ਉਹ ਕੀ ਕਰ ਰਹੀਆਂ। ਇਸ ਗੱਲ ਨਾਲ ਤੁਸੀਂ ਸਹਿਮਤ ਹੋ? ਟੂ ਅ ਲਾਰਜ ਐਕਸਟੈਂਟ ਯੈਸ, ਕਿਉਂਕਿ ਲਿਟੀਗੇਸ਼ਨ ਜਿਹੜੀ ਹੈਗੀ ਹੈ ਬਿਟਵੀਨ ਦੀ ਕੌਨਸਟੀਟਿਊਸ਼ਨਲ ਮੈਟਰਸ ਅਲੱਗ ਹੈ, ਬਿਟਵੀਨ ਦੀ ਪਾਰਟੀਜ਼ ਅਗਰ ਹੈਗੀ ਹੈ ਤਾਂ ਇਹ ਪੱਟੀ ਸਾਹਿਬ ਗੱਲ ਇਹ ਹੈ ਕਿ ਨੋਬਡੀ ਵਿਨਸ ਇਨ ਏ ਕੋਰਟ। ਇਟ ਇਜ਼ ਦੀ ਫਿਊਨਰਲ ਆਫ ਬੋਥ ਦੀ ਪਾਰਟੀਜ਼। ਜਿਹੜਾ ਜਿੱਤਿਆ ਵੀ ਲੱਗਦਾ ਨਾ ਉਹ ਵੀ ਹਾਰਿਆ ਹੁੰਦਾ, ਕਿਉਂਕਿ ਜਦ ਤੱਕ ਉਹਨੂੰ ਉਹ ਇਨਸਾਫ ਮਿਲਦਾ ਹੈ ਇੰਨੀ ਦੇਰ ਹੋ ਚੁੱਕੀ ਹੁੰਦੀ ਹੈ that it is not worth celebration. A unfortunate part of the our system. ਇਹ ਇੱਕ ਗੱਲ ਕਹੀ ਜਾਂਦੀ ਹੈ ਕੋਰਟਾਂ ਬਾਰੇ ਕਿ ਜੱਜ ਵੀ ਉਹਨਾਂ ਦਾ ਸੀ, ਵਕੀਲ ਵੀ ਉਹਨਾਂ ਦਾ ਸੀ, ਸਿਸਟਮ ਵੀ ਉਹਨਾਂ ਦਾ ਸੀ, ਸਾਰਾ ਕੁਝ ਉਹਨਾਂ ਦਾ ਸੀ ਔਰ ਮੈਂ ਇਨਸਾਫ ਲੈਣ ਲਈ ਉੱਥੇ ਜਾ ਕੇ ਬਹਿ ਗਿਆ ਜਿੱਥੇ ਮੈਨੂੰ ਉਮੀਦ ਸੀ ਤੇ ਉਮੀਦ ਉੱਤੇ ਪਾਣੀ ਫਿਰ ਗਿਆ। ਇਹ ਗੱਲ ਸਹੀ ਹੈ? ਇਹ ਗੱਲ ਮੈਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਐਗਰੀ ਕਰ ਸਕਦਾ, ਕਿਉਂਕਿ ਜਿਹੜੀ ਵੀ ਪਾਰਟੀ ਹਾਰ ਜਾਂਦੀ ਹੈਗੀ ਹੈ ਉਹਨੂੰ ਇਸ ਤਰ੍ਹਾਂ ਦੀ ਫੀਲਿੰਗ ਜ਼ਰੂਰ ਆਉਂਦੀ ਆ। ਬਾਈ ਐਂਡ ਲਾਰਜ ਸਾਡੀ ਜੁਡੀਸ਼ਰੀ ਜਿਹੜੀ ਹੈਗੀ ਹੈ ਉਹ ਵਨ ਆਫ ਦੀ ਬੈਸਟ ਇਨ ਦੀ ਵਰਲਡ ਹੈ। ਪਿਛਲੇ 50 ਸਾਲ ਦੇ ਵਿੱਚ ਜੇ ਸਾਡੀ ਜੁਡੀਸ਼ਰੀ ਬੈਸਟ ਹੈ ਤੇ ਕਈ ਮਾਨਯੋਗ ਜੱਜ ਆਏ ਤੇ ਚਲੇ ਗਏ, ਕਿਸੇ ਨੇ ਲੈਂਡਮਾਰਕਿੰਗ ਜਜਮੈਂਟ ਨਹੀਂ ਦਿੱਤੀ ਔਰ ਜੇ ਦਿੱਤੀਆਂ ਵੀ ਨੇ ਆਟੇ ਵਿੱਚ ਲੂਣ ਦੇ ਬਰਾਬਰ ਨੇ। ਇਹਦੇ ਬਾਰੇ ਕੀ ਕਹੋਗੇ? ਨਹੀਂ, ਤੁਸੀਂ ਉਹ ਕੇਸ਼ਵਾਨੰਦ ਭਾਰਤੀ ਕੋਟ ਕੀਤਾ, ਕਿੰਨੀ ਸ਼ਾਨਦਾਰ ਜਜਮੈਂਟ ਹੈ। ਔਰ ਜਸਟਿਸ ਸਲੂਟ ਟੂ ਜਸਟਿਸ ਸੀਕਰੀ, ਉਹ ਇੰਨੀ ਸਟੇਟਸਮੈਨਸ਼ਿਪ ਉਹਨਾਂ ਨੇ ਦਿਖਾਈ ਕਿ ਪਾਰਲੀਮੈਂਟ sitting in place of constituent assembly can amend the constitution including fundamental rights but not the basic structure. ਬੇਸਿਕ ਸਟਰਕਚਰ ਥਿਊਰੀ ਜਿਹੜੀ ਹੈ ਉਹ ਕਮਾਲ ਹੈ। ਮੈਂ ਇਹ ਕੱਲੀ ਜਜਮੈਂਟ ਦੇ ਉੱਤੇ ਆਈ ਕੈਨ ਸਲੂਟ ਦੀ ਯੂਡੀ। ਬੇਸਿਕ ਸਟਰਕਚਰ ਜਿਹੜਾ ਹੈ ਇਹ ਪ੍ਰੀਐਂਬਲ ਹੈ ਔਰ ਪ੍ਰੀਐਂਬਲ ਨੂੰ ਜਿਹੜਾ ਹੈ ਕਦੀ ਵੀ ਛੇੜਛਾੜ ਦੇ ਲਈ ਅਲਾਉ ਨਹੀਂ ਕੀਤਾ ਜਾਏਗਾ। ਔਰ ਜੇ ਇਹ ਸੰਵਿਧਾਨਕ ਡੈਥ ਹੋ ਰਹੀ ਹੈ, ਕੌਨਸਟੀਟਿਊਸ਼ਨਲ ਡੈਥ ਹੋ ਰਹੀ ਹੈ ਤੇ ਇਹਦੇ ਜ਼ਿੰਮੇਵਾਰ ਲੋਕਾਂ ਲਈ ਕੋਈ ਸਟੈਪਸ ਲਏ ਜਾਣੇ ਚਾਹੀਦੇ ਨੇ ਜਾਂ ਨਹੀਂ? ਤੁਸੀਂ ਪੱਟੀ ਸਾਹਿਬ, ਯੂ ਆਰ ਐਮਫਸਾਈਜ਼ਿੰਗ ਏ ਪੁਆਇੰਟ, ਰੀ-ਐਮਫਸਾਈਜ਼ਿੰਗ ਏ ਪੁਆਇੰਟ ਐਂਡ ਪਰਹੈਪਸ ਓਵਰ ਐਮਫਸਾਈਜ਼ਿੰਗ ਏ ਪੁਆਇੰਟ ਜਿਹੜੀ ਕਿ ਐਜ਼ ਏ ਗੁੱਡ ਲਾਇਰ ਯੂ ਮਸਟ ਡੂ। ਲੇਕਿਨ ਮੈਂ ਫਿਰ ਉਹ ਵੀ